ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਯਾਨੀ ਤੁਹਾਡੀ ਭੈਣ ਪ੍ਰਿਤਪਾਲ ਕੌਰ ਪ੍ਰੀਤ ਵੱਲੋਂ ਮੇਰੇ ਸਾਰੇ ਹੀ ਵੀਰਾਂ, ਮੇਰੇ ਬਜ਼ੁਰਗਾਂ, ਮੇਰੀਆਂ ਭੈਣਾਂ ਤੇ ਬੱਚਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪਹਿਲੇ ਪ੍ਰਕਾਸ਼ ਉਤਸਵ ਯਾਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਉਤਸਵ ਦੀਆਂ ਦਿਹਾੜੇ ਦੀਆਂ ਸਮੂਹ ਮੇਰੇ ਵੀਰਾਂ ਨੂੰ, ਸਮੂਹ ਵਤਨ ਵਾਸੀਆਂ ਨੂੰ, ਸਾਰਿਆਂ ਨੂੰ ਕੋਟਨ ਕੋਟ ਵਧਾਈਆਂ। ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਜਿਵੇਂ ਕਿ ਇਸ ਵਿਸ਼ੇ ਤੇ ਇੱਕ ਬਹਿਸ ਵੀ ਚੱਲਦੀ ਆ ਰਹੀ ਹੈ ਕਿ ਹਾਂਜੀ ਇਹ 23 ਤਰੀਕ ਨੂੰ ਮਨਾ ਰਹੇ ਹੈ, ਕੋਈ 19 ਤਰੀਕ ਨੂੰ ਮਨਾਇਆ ਕਿਸੇ ਨੇ, ਕੋਈ 1 ਨੂੰ ਮਨਾਏਗਾ। ਯਾਨੀ ਕਿ ਸਭ ਇੱਕ ਕੈਲੰਡਰ ਦੀ ਗੜਬੜੀ ਦੇ ਨਾਲ, ਜਿਵੇਂ ਕਿ ਇੰਡੀਆ ਦੇ ਵਿੱਚ ਕੀ ਸਾਰੇ ਪਾਸੇ ਤਿਉਹਾਰ ਦੋ ਹੋ ਗਏ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਇੱਕ ਐਸਾ ਵਿਸ਼ਾ ਜਿਹਨੂੰ ਅਸੀਂ ਇੱਕ ਤਿਉਹਾਰ ਨਹੀਂ, ਇੱਕ ਮੈਂ ਕਹਿੰਦੀ ਹਾਂ ਕਿ ਸਾਡੇ ਲਈ ਇੱਕ ਬਹੁਤ ਮਹਾਨ ਦਿਨ ਸੀ ਉਹ, ਜਦੋਂ ਇਸ ਦੀ ਸਥਾਪਨਾ ਹੋਈ। ਸਾਡੇ ਗੁਰੂ ਸਾਹਿਬ 10ਵੇਂ ਗੁਰੂ ਜੀ ਨੇ ਇਹਨਾਂ ਨੂੰ ਸਾਡਾ ਸਦੀਵੀ ਗੁਰੂ ਜੀ ਨੂੰ ਕਹਿ ਸਕਦੇ ਹਾਂ ਆਪਾਂ, ਕਿ ਹਮੇਸ਼ਾ ਲਈ ਸਾਡੇ ਗੁਰੂ ਦਾ ਦਰਜਾ ਜਿਹੜਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ। ਤੇ ਜਦੋਂ ਮਰਜ਼ੀ ਮਨਾਓ, ਜਦੋਂ ਮਰਜ਼ੀ ਸੈਲੀਬ੍ਰੇਟ ਕਰੋ, ਕੋਈ ਉਹਦੇ ਵਿੱਚ ਉਹ ਨਹੀਂ ਹੈਗਾ ਕਿ ਤੁਸੀਂ ਹਾਂ ਇੱਕ ਦਿਨ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਕਿ ਤੁਸੀਂ ਇਸ ਨੂੰ ਇੱਕ ਦਿਨ ਹੀ ਮਨਾਉਣਾ ਹੈ ਜਾਂ ਇਸ ਦਿਨ ਮਨਾਉਣਾ, ਕਿਸੇ ਚੀਜ਼ ਨੂੰ ਧਾਰਨੀ ਬਣਾ ਕੇ ਨਹੀਂ, ਕੋਈ ਜ਼ਰੂਰੀ ਨਹੀਂ ਹੈ। ਤੁਸੀਂ ਜਿਵੇਂ ਮਰਜ਼ੀ ਮਨਾਓ, ਜਦੋਂ ਮਰਜ਼ੀ ਮਨਾਓ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਗੁਰੂ ਨੇ ਤੇ ਸਾਡੇ ਲਈ ਸਿੱਖਿਆ ਦਾ ਭੰਡਾਰ ਨੇ, ਸਾਡੇ ਪਿਤਾ ਨੇ, ਤੇ ਹਰ ਚੀਜ਼ ਅਸੀਂ ਇੱਥੋਂ ਸਿੱਖਦੇ ਹਾਂ। ਅੱਜ ਟਾਕ ਸ਼ੋਅ ਦੀ ਬਜਾਏ ਮੈਂ ਖੁਦ ਤੁਹਾਡੇ ਕੋਲ ਲਾਈਵ ਹੋਈ ਹਾਂ ਕਿ ਕਾਫੀ ਦੇਰ ਤੋਂ ਮੈਂ ਤੁਹਾਡੇ ਸਾਰਿਆਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਸੀਗੀ, ਤੇ ਹਮੇਸ਼ਾ ਟਾਕ ਸ਼ੋ। ਸਤਿ ਸ਼੍ਰੀ ਅਕਾਲ ਸੁਖਮਾਨ ਵੀਰ ਜੀ। ਤੇ ਅੱਜ ਮੇਰਾ ਦਿਲ ਕੀਤਾ ਕਿ ਮੈਂ ਆਪਣੇ ਬਜ਼ੁਰਗਾਂ ਤੇ ਵੀਰਾਂ ਤੇ ਭੈਣਾਂ ਤੇ ਬੱਚਿਆਂ ਸਾਰਿਆਂ ਦੇ ਨਾਲ ਖੁਦ ਗੱਲਬਾਤ ਕਰਾਂ। ਤੇ ਟਾਕ ਸ਼ੋ ਤਾਂ ਹੁੰਦੇ ਹੀ ਰਹਿਣੇ ਆ। ਸਭ ਕੁਝ ਗੱਲਾਂ ਕਰਨ ਲਈ ਬਸ ਲਾਈਵ ਹੋਈ ਸੀ। ਪਹਿਲਾਂ ਤਾਂ ਵਧਾਈ ਦੇਣ ਲਈ ਕਿ ਪਹਿਲੀ ਪਾਤਸ਼ਾਹੀ ਜੀ ਦਾ ਪ੍ਰਥਮ ਦਿਵਸ ਉਤਸਵ, ਤੇ ਉਸ ਤੋਂ ਇਲਾਵਾ ਕੁਛ ਨਾਰਮਲ ਗੱਲਾਂ, ਜਿਵੇਂ ਕਿ ਹੁਣ ਕਰੋਨਾ ਦਾ ਵਿਸ਼ੇ ਚੱਲ ਰਿਹਾ, ਤੇ ਇਸ ਵਿਸ਼ੇ ਤੇ ਮੈਂ ਜੋ ਮੇਰੇ ਵੀਰ ਸੁਣ ਜਾਂ ਭੈਣਾਂ ਸੁਣ ਰਹੇ ਨੇ, ਨਹੀਂ ਸੁਣ ਰਹੇ ਜਾਂ ਬਾਅਦ 'ਚ ਵੀ ਦੇਖਣਗੇ, ਸਤਿ ਸ੍ਰੀ ਅਕਾਲ ਜਸਜੀਤ ਸਿੰਘ ਜੀ। ਥੈਂਕ ਯੂ ਵੀਰ ਜੀ। ਮੇਰਾ ਵੀ ਬਹੁਤ ਦਿਲ ਕਰਦਾ ਸੀ ਕਿ ਕਾਫੀ ਦੇਰ ਤੋਂ ਮੈਂ ਗੱਲਬਾਤ ਕੀਤੀ ਨਹੀਂ, ਬਸ ਟਾਕ ਸ਼ੋਅ ਦੇ ਵਿੱਚ ਬਿਜ਼ੀ ਹੋ ਗਏ। ਸੋ ਅੱਜ ਆਪਾਂ ਟਾਕ ਸ਼ੋਅ ਦੀ ਜਗ੍ਹਾ ਸਿੱਧਾ ਹੀ ਲਾਈਵ ਆ ਗਏ ਤੁਹਾਡੇ ਨਾਲ ਗੱਲਾਂ ਕਰਨ ਲਈ। ਤੇ ਮੈਂ ਇਹ ਕਹਿਣਾ ਚਾਹ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਅਸੀਂ ਇਹ ਦਿਵਸ ਮਨਾ ਰਹੇ ਹਾਂ, ਇਹ ਦਿਵਸ ਹਮੇਸ਼ਾ ਲਈ ਹੈ। ਇਹ ਨਹੀਂ ਕਿ ਇੱਕ ਦਿਨ ਹੀ ਮਨਾਉਣਾ ਹੈ। ਇਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਰਮ ਪਿਤਾ ਨੇ, ਸਾਡੇ ਗੁਰੂ ਨੇ, ਸਦੀਵੀ ਹਮੇਸ਼ਾ ਲਈ ਸਿੱਖਿਆ ਸਾਨੂੰ ਇੱਥੋਂ ਹੀ ਮਿਲਦੀ ਹੈ ਸਾਰੀ। ਤੇ ਇਹ ਨਹੀਂ ਕਿ ਆਪਾਂ ਇਹਨੂੰ ਇੱਕ ਦਿਨ ਮਨਾਉਣਾ। ਤੇ ਬਾਕੀ ਮੈਂ ਕਹਿੰਦਾ ਮਤਲਬ ਹੈ ਕਿ ਕਰੋਨਾ ਤੋਂ ਜੋ ਟਾਈਮ ਚੱਲ ਰਿਹਾ ਹੈ, ਉਹਦੇ ਵਿੱਚ ਇੱਕ ਨਾਰਮਲੀ ਗੱਲ ਕਰੀਏ ਤੇ ਮੈਂ ਕੁਝ ਟੌਪਿਕ ਮੇਰਾ ਹੋਰ ਹੈ, ਪਰ ਮੈਂ ਥੋੜ੍ਹੀ ਜਿਹੀ ਗੱਲ ਇਸ ਟੌਪਿਕ ਦੇ ਨਾਲ ਜੋੜ ਕੇ ਕਰ ਰਹੀ ਹਾਂ ਕਿ ਖਾਂਸੀ, ਜ਼ੁਕਾਮ, ਇਚਿੰਗ, ਜਿਹਨੂੰ ਆਪਾਂ ਖਾਰਿਸ਼ ਕਹਿੰਦੇ ਸੀ, ਤੇ ਆਈਸ ਇਨਫੈਕਸ਼ਨਸ, ਇਹ ਕੁਛ ਰੋਗ ਜਿਹੜੇ ਨੇ ਬੜੇ ਮੁੱਢ ਤੋਂ ਹੀ ਨੇ, ਹੁਣ ਤੋਂ ਨਹੀਂ ਆਪਾਂ ਕਹਿ ਸਕਦੇ, ਇਹ ਮੁੱਢ ਤੋਂ ਹੀ ਇਨਫੈਕਸ਼ਨ ਵਾਲੇ ਰੋਗ ਸੀਗੇ। ਅਗਰ ਘਰ ਦੇ ਵਿੱਚ ਕਿਸੇ ਇੱਕ ਨੂੰ ਆਈਸ ਦਾ ਪ੍ਰੋਬਲਮ ਹੁੰਦੀ ਹੈ, ਆਈਸ ਖਰਾਬ ਹੁੰਦੀ ਹੈ, ਤਾਂ ਸਾਰਿਆਂ ਨੂੰ ਹੋ ਜਾਂਦੀ ਹੈ। ਜ਼ੁਕਾਮ ਹੁੰਦਾ ਹੈ ਤਾਂ ਸਾਰਿਆਂ ਨੂੰ ਹੋ ਜਾਂਦਾ ਸੀਗਾ। ਖਾਰਿਸ਼ ਅਗਰ ਕਿਸੇ ਨੂੰ ਹੋ ਗਈ ਤਾਂ ਸਾਰਿਆਂ ਨੂੰ ਹੋ ਜਾਂਦੀ। ਯਾਨੀ ਕਿ ਕੁਝ ਕਹਿਣ ਦਾ ਭਾਵ ਹੈ ਕਿ ਇਨਫੈਕਸ਼ਨਸ ਜਿਹੜੀ ਹੈ ਇਹ ਮੁੱਢ ਤੋਂ ਹੀ ਚੱਲੀ ਆ ਰਹੀ ਹੈ। ਅਗਰ ਇੱਕ ਨੂੰ ਹੈ ਤਾਂ ਸੰਪਰਕ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਹੋ ਜਾਂਦੀ ਹੈ, ਚਾਹੇ ਉਹ ਫੈਮਿਲੀ ਹੈ ਚਾਹੇ ਬਾਹਰ ਹੈ। ਸੋ ਕਰੋਨਾ ਵੀ ਉਹਦਾ ਹੀ ਇੱਕ ਰੂਪ ਹੈ। ਇਹ ਹੈ ਕਿ ਇਹਦੀ ਪ੍ਰਸਕ੍ਰਿਪਸ਼ਨ ਹੈ। ਹੁਣ ਇਸ ਟੌਪਿਕ 'ਤੇ ਅਗਰ ਆਪਾਂ ਬਹੁਤ ਹੀ ਜ਼ਿਆਦਾ ਗੰਭੀਰ ਹੋ ਜਾਈਏ, ਗੰਭੀਰ ਨਹੀਂ, ਇਹਦਾ ਸਿਰਫ ਇਹਦੀ ਸਾਵਧਾਨੀ ਜਿੱਦਾਂ ਆਪਾਂ ਅੱਗੇ ਰੱਖਦੇ ਸੀ, ਹੁਣ ਵੀ ਇਹਦੀ ਸਾਵਧਾਨੀ ਰੱਖੋ ਤਾਂ ਸਾਵਧਾਨੀ ਹੋਈ ਹੈ, ਸਭ ਕੁਝ ਠੀਕ ਹੈ। ਤੇ ਬਾਕੀ ਇਹ ਹੈ ਕਿ ਲਾਕਡਾਊਨ ਵੀ ਹੋਇਆ ਇੰਡੀਆ ਦੇ ਵਿੱਚ, ਫਿਰ ਦੁਬਾਰਾ ਲਾਕਡਾਊਨ ਹੋ ਗਿਆ ਤੇ ਹਾਲਾਤ ਖਰਾਬ ਨੇ। ਤੇ ਉਹਨਾਂ ਹੀ ਹਾਲਾਤਾਂ ਦੇ ਵਿੱਚ ਸਾਨੂੰ ਘਰਾਂ ਦੇ ਵਿੱਚ ਬੰਦ ਵੀ ਹੋ ਕੇ ਰਹਿਣਾ ਪੈ ਰਿਹਾ। ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਹਨਾਂ ਹਾਲਾਤਾਂ ਨੂੰ ਇਸ ਕਰਕੇ ਜੋੜਨਾ ਚਾਹੁੰਦੀ ਹਾਂ ਕਿ ਹੁਣ ਜਦ ਕਿ ਸਾਡੇ ਕੋਲ ਟਾਈਮ ਹੈ, ਮੈਂ ਪਹਿਲੇ ਇੱਕ ਲਾਈਵ ਕੀਤਾ ਸੀ ਉਹਦੇ ਵਿੱਚ ਵੀ ਕਿਹਾ ਸੀਗਾ, ਹੁਣ ਸਾਡੇ ਕੋਲ ਟਾਈਮ ਹੈ। ਅਸੀਂ ਮਜਬੂਰੀ ਬੱਧੇ ਹੋਏ ਘਰਾਂ ਦੇ ਵਿੱਚ ਬੰਦ ਆ,
खुशी दे नाल नहीं। हर बंदा काम करते जाना चाहता है, हर बंदा काम करना चाहता है, रोटी पानी का जरिया सब का बंद है, बट चारा तो कोई नहीं। घरे बैठे हाँ तो घरे बैठे हाँ तो घरे बैठ के आप सिर्फ इंटरनेट दे यूज़ कर रहे हैं, सोशल यूज़ कर रहे हैं। तो पर ये कोरोना ने सानू शायद कुछ समझना भी चाहिए तो कुछ समझाना भी चाहिए कि कोरोना ने अगर सानू घर बिठाया है ना तो यदा फ़ायदा लिया जाए। असी जो दुहाई पाते हैं सोशल साइटा के उपर जाके कि पंजाबी बोली बचाओ जी, अपनी बाणी का प्रचार करो। मैं खुद कहती हाँ है ना, बाणी का प्रचार करो, अपने गुरुआं बारे दसो। तो हुण तो साडे कोल बहुत सोहना टाइम है। सो असी सारे मिल के हुण अपना अपने बच्चों नूं, अपने परिवार नूं विच बैठ के गुरु घर दीआं कहानियाँ, जिवें हुण आपां प्रकाश उत्सव भी मना रहे हैं है ना, तो इस चीज़ बारे जानकारी अपने बच्चों नूं जां सानू नहीं है तो असी अपने बजुर्गों तो लै सकते हैं। अजकल इंटरनेट ने सब कुछ सौखा किया, जिथे इन्ना टाइम आप फेसबुक की चैटिंग ते कॉलिंग ते बेकार करनी है, वही इंटरनेट खोल के आप अपने गुरु घर की जानकारी लै सकते हैं। असी लवांगे तो असी अपने बच्चों भी देंगे। सो एक चीज़ अगर कोई नुकसान होंदा ना तो उसका फायदा भी होंदा है। जिवें गुलाब के फुल के नाल कंडे भी होंदे हैं, गुलाब का फुल अगर महक देंदा तो उसदे नाल कंडे भी लगे होंदे हैं। सो कोई चाहे बीमारी है या कोई भी चीज़ है, कोई भी चीज़ है, वो मौका भी दे रही है तुहानूं। मैं मनदी हाँ कि गलत गल है करोना नूं मैं इस चीज़ नाल जोड़ रही हूँ, पर मैं करोना नूं नहीं, करोना के समय नूं जोड़ रही हूँ कि जो समा तुहाडे कोल, सत श्री अकाल कुलजीत जी, तो जो समा तुहाडे कोल हैगा इस वक्त लॉकडाउन के दौरान घरां दे विच, उन्होंने फेसबुक की चैटिंग, कॉलिंग, इंस्टाग्राम, टिकटॉक, इन्हां चीज़ों के लिए सारा ना यूज़ करो। चलो ठीक है, 5-10 मिनट कोई अद्धा घंटा तुसी एंटरटेनमेंट किया, ठीक है, लेकिन उस तो इलावा तुहाडे कोल बड़ा सोहना टाइम है जो तुसी स्टेटस पाते हो। मैं देखती हाँ कि पंजाब के छोटे छोटे बच्चों ने, बुढ़िया ने, बजुर्गों ने, सब ने स्टेटस पाए, एक ने नहीं कि हाँ जी पंजाबी बोली, पंजाबी बोली, पंजाबी बोली, गुरबाणी, गुरुआं दे स्टेटस पा पा के असी ये मना रहे हैं, असी वो मना रहे हैं। लेकिन हुण ते तुहाडे कोल टाइम है, तुसी सिर्फ गल्लां ते स्टेटस नाल ना मनाओ, उस चीज़ की जानकारी लो, उस चीज़ नूं समझो। उस चीज़ नूं अगर समझोगे तो झगड़े ही खत्म हो जाएंगे। इस वक्त जो हालात चल रहे ने उहदे विच कई तरह बीमारी तो घट है पर बीमारी का सहम ज़्यादा है। उस तो इलावा भी जो अजकल दंगे फसाद धर्मां दे नाम ते चलते पे हैं, मजहब के नाम ते दंगे फसाद, लड़ाइयाँ झगड़े सब चलते पे हैं। अगर असी गुरु ग्रंथ साहिब की बाणी मनाउण की बजाय दिलों के विच वसा लवांगे, समझ लवांगे तो झगड़े भी खत्म हो जाएंगे। क्योंकि अगर असी बाणी समझांगे तो दूजियां नूं समझावांगे, एक समझेगा दूजे नूं समझाएगा, दूजा समझेगा तीजे नूं समझाएगा, समझते समझते सारे समझणगे। तो मेरे हिसाब नाल सारे जिहड़े हालात बिगड़े हैं, दंगे फसाद, धर्मा, हिंदू मुस्लिम सब जो चलता पिया इस समय, सब मेरे हिसाब नाल खत्म हो जाएगा। कि गुरु ग्रंथ साहिब एक अजिहा साडे कोल गुरु के रूप में साडे कोल एक अजिहा हथियार है जी, जिहदे राही असी हर मसले नूं हल कर सकते हैं। सानू मनाण का कोई फायदा नहीं कि हाँ जी असी गए गुरुद्वारे रस्मी तौर पर ₹2 का $2 का मत्था टेकिया, लंगर छकिया तो घर नूं आ गए। ये तो कोई मतलब साडा मना, ये तो यह कि असी लंगर छकण गए सी, अपनी हाज़री लवाई तो थोड़ी फेसबुक पर लाइव किया जी असी गुरु घर आए हैं जी, उसका कोई फायदा नहीं है। तो हार इहो जिहे दिवसां दा गुरुपुरब हो गए, गुरु दिवस हो गए, उन्हां दा तां फायदा जे तुसीं दिल तो मना रहे हो, उस चीज़ नूं पढ़ रहे हो, उसदा ज्ञान लै रहे हो कि उहदे विच लिखिआ की है। उस चीज़ नूं समझो तो सही, जिस चीज़ नूं आपां मना रहे हैं उस चीज़ नूं समझो कि है की चीज़ है, उहदे विच की लिखिआ। अगर तुसीं उस चीज़ नूं पढ़दे हो, समझदे हो तो जिंदगी सवर जाती है, तुहाडी नहीं, मेरी नहीं, सारिਆਂ दी। क्योंकि अगर मैं समझांगी तो मैं तुहानूं समझावांगी, तुसीं समझोगे तो तुसीं अगे सारिਆਂ नूं समझाओगे, मैनूं समझाओगे, बच्चों नूं समझाओगे। पर मैं माफ़ी चाहती हूँ, मैं किसी का भी नाम नहीं लवांगी, पर मैं देख रही हूँ कि
ਇੱਕ ਨੌਜਵਾਨ ਪੀੜ੍ਹੀ ਤਾਂ ਕੀ ਬਜ਼ੁਰਗਾਂ ਨੇ ਵੀ ਫੇਸਬੁੱਕ 'ਤੇ ਪਤਾ ਨਹੀਂ ਕੀ ਸਟੇਟਸ ਪਾਏ ਹੁੰਦੇ, ਬਸ ਸਾਰਾ ਦਿਨ ਨੂੰ ਇਹੀ ਚੀਜ਼ਾਂ 'ਤੇ ਲੱਗੇ ਰਹਿੰਦੇ ਆ। ਸਟੇਟਸ ਪਾ ਦਿੱਤੇ, ਚੈਟਿੰਗ ਕਰ ਲਈ, ਕਾਲਿੰਗ ਕਰ ਲਈ, ਬਸ ਇਹੀ ਕੰਮ। ਸੋ ਇੱਕ ਹਰੇਕ ਜੋ ਤਿਉਹਾਰ ਜਾਂ ਕੋਈ ਦਿਵਸ ਹੈ, ਗੁਰਪੁਰਬ ਹੈ, ਗੁਰਗੱਦੀ ਦਿਵਸ ਹੈ, ਜਨਮ ਦਿਵਸ ਹੈ, ਪ੍ਰਕਾਸ਼ ਉਤਸਵ ਹੈ, ਫਾਦਰ ਡੇ ਹੈ, ਮਦਰ ਡੇ ਹੈ, ਕੋਈ ਵੀ, ਥੈਂਕ ਯੂ ਵੀਰ ਜੀ, ਥੈਂਕ ਯੂ ਕੁਲਦੀਪ ਸਿੰਘ ਵੀਰ ਜੀ। ਸੋ ਇਹ ਜੋ ਤਿਉਹਾਰ ਹੈ ਨਾ, ਇਹ ਤਿਉਹਾਰ ਨਹੀਂ, ਇਹਨਾਂ ਨੂੰ ਮਨਾਉਣ ਦੀ ਬਜਾਏ ਸਮਝਣਾ ਚਾਹੀਦਾ। ਮੇਰੇ ਹਰ ਲਾਈਵ ਦੇ ਵਿੱਚ ਮੈਂ ਜਦੋਂ ਵੀ ਆਉਂਦੀ ਮੈਂ ਇਹੀ ਕਹਿੰਦੀ ਕਿ ਤਿਉਹਾਰ ਮਨਾਓ ਨਹੀਂ, ਉਹਨੂੰ ਸਮਝੋ। ਜੇ ਆਪਾਂ ਉਸ ਚੀਜ਼ ਨੂੰ ਸਮਝਿਆ ਹੀ ਨਹੀਂ ਹੈ ਤੇ ਫਿਰ ਉਹਨੂੰ ਮਨਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ। ਕੱਲ੍ਹ ਪਰਸੋਂ ਦੀ ਇੱਕ ਪੋਸਟ ਮੈਂ ਦੇਖ ਰਹੀ ਹਾਂ, ਘੁੰਮ ਰਹੀ ਹੈ ਕਿ ਇੱਕ ਬਜ਼ੁਰਗ ਮਾਤਾ ਬੁਰੇ ਹਾਲਾਤਾਂ ਦੇ ਵਿੱਚ ਪਾਈ ਗਈ ਹੈ ਨਾ, ਦੇਖਿਆ ਉਹਨਾਂ ਨੂੰ ਬੁਰੇ ਹਾਲਾਤਾਂ ਵਿੱਚ ਦੇਖਿਆ ਗਿਆ ਤੇ ਫਿਰ ਹੁਣ ਉਹਨੂੰ ਹਾਈਲਾਈਟ ਕੀਤਾ ਗਿਆ। ਉਹ ਇੱਕ ਮਾਤਾ ਹੀ ਨਹੀਂ, ਪਤਾ ਨਹੀਂ ਕਿੰਨੀਆਂ ਮਾਤਾਵਾਂ, ਕਿੰਨੇ ਬਜ਼ੁਰਗ ਜਿਹੜੇ ਨੇ ਇਹੋ ਜਿਹੀ ਦੁਰਦਸ਼ਾ ਦਾ ਸ਼ਿਕਾਰ ਨੇ, ਤੇ ਉਹਨਾਂ ਦੇ ਬੱਚੇ ਹੀ ਫੇਸਬੁੱਕ ਤੇ ਸਟੇਟਸ ਪਾ ਰਹੇ ਹੁੰਦੇ ਨੇ ਮਦਰ ਡੇ ਦਾ ਸਭ ਤੋਂ ਵੱਧ। ਸੋ ਸਟੇਟਸ ਮੇਰੀ ਕਹਿੰਦਾ ਮਤਲਬ ਕਿ ਤੁਸੀਂ ਸੋਸ਼ਲ ਦਾ ਫਾਇਦਾ ਵੀ ਬਹੁਤ ਹੈ, ਪਰ ਚੱਕਣਾ ਤਾਂ ਸਿੱਖੋ। ਤੁਸੀਂ ਬਜ਼ੁਰਗਾਂ ਦੇ ਜੇ ਸਟੇਟਸ ਪਾ ਕੇ ਮਦਰ ਡੇ, ਫਾਦਰ ਡੇ, ਇਹ ਬਲਾ ਬਲਾ ਤੁਸੀਂ ਕਰ ਰਹੇ ਹੋ, ਲੇਕਿਨ ਪੇਰੈਂਟਸ ਨੂੰ ਤੁਸੀਂ ਇਗਨੋਰ ਕਰ ਰਹੇ ਹੋ। ਉਹ ਇੱਕ ਮਾਤਾ ਹੀ ਨਹੀਂ, ਪਤਾ ਨਹੀਂ ਕਿੰਨੇ ਬਜ਼ੁਰਗ ਨੇ। ਪਿੱਛੇ ਮੈਂ ਇੱਕ ਟਾਕ ਸ਼ੋ ਵੀ ਕੀਤਾ ਸੀਗਾ ਸੇਵਾ ਘਰ ਆਸ਼ਰਮ ਦਾ, ਤੇ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਬਜ਼ੁਰਗਾਂ ਨੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉੱਥੇ ਬਜ਼ੁਰਗਾਂ ਨੂੰ ਲਿਆਂਦਾ ਗਿਆ, ਪਰਿਵਾਰ ਕੋਲੋਂ ਛੁਡਾ ਕੇ, ਜੰਜੀਰਾਂ ਨਾਲ ਬੰਨ੍ਹੇ ਹੋਏ। ਸੋ ਇਹ ਪ੍ਰਕਾਸ਼ ਉਤਸਵ ਵਗੈਰਾ ਜਾਂ ਜਨਮ ਦਿਵਸ ਜਾਂ ਗੁਰੂ ਘਰ ਜਾਣ ਦੇ ਨਾਲ ਸਾਡਾ ਫਰਜ਼ ਪੂਰਾ ਨਹੀਂ ਹੋ ਜਾਂਦਾ। ਤੁਸੀਂ ਨਾ ਜਾਓ ਗੁਰੂ ਘਰ, ਕੋਈ ਗੱਲ ਨਹੀਂ, ਪਰ ਤੁਸੀਂ ਆਪਣੇ ਹਿਰਦੇ ਦੇ ਵਿੱਚ ਮਮਤਾ, ਪਿਆਰ, ਆਦਰ, ਸਤਿਕਾਰ ਵਸਾਓ। ਇਹਨਾਂ ਦੀ ਦੇਖਭਾਲ ਕਰੋ। ਸਤਿ ਸ਼੍ਰੀ ਅਕਾਲ ਕਮਲਜੀਤ ਵੀਰ ਜੀ, ਸਤਿ ਸ਼੍ਰੀ ਅਕਾਲ। ਇਹਨਾਂ ਦੀ ਦੇਖਭਾਲ ਕਰੋ। ਇਹ ਗੁਰੂ ਘਰ ਹੀ ਹੈ, ਠੀਕ ਹੈ। ਗੁਰੂ ਘਰ ਅਸੀਂ ਜਾਂਦੇ ਹਾਂ ਕਿਉਂਕਿ ਇੱਕ ਬੱਚਾ ਸਕੂਲ ਜਾਏ ਤੇ ਕਲਾਸ ਦਾ ਜੋ ਮਾਹੌਲ ਹੁੰਦਾ ਉੱਥੇ ਜ਼ਿਆਦਾ ਸਿੱਖਦਾ ਉਹ। ਪਰ ਅਗਰ ਤੁਸੀਂ ਕਹੋ ਕਿ ਕਲਾਸ ਦੇ ਵਿੱਚ ਜਾਏ ਤੇ ਟੀਚਰ ਨੇ ਬੋਲਿਆ ਹਾਜ਼ਰ, ਨਾਮ ਤੇ ਤੁਸੀਂ ਕਹਤਾ ਹਾਜ਼ਰ ਜੀ, ਹਾਜ਼ਰੀ ਲਗਵਾ ਕੇ ਕਲਾਸ ਤੋਂ ਬਾਹਰ ਆ ਗਏ, ਤੇ ਫਿਰ ਟੀਚਰ ਦਾ ਤੇ ਕੋਈ ਕਸੂਰ ਨਹੀਂ ਨਾ, ਤੁਸੀਂ ਤਾਂ ਉੱਥੇ ਹਾਜ਼ਰੀ ਦੇ ਕੇ ਆ ਗਏ ਆਪਣੀ। ਉੱਥੋਂ ਕੁਝ ਸਿੱਖ ਕੇ ਨਹੀਂ ਆਏ, ਕੁਝ ਸੁਣ ਕੇ ਨਹੀਂ ਆਏ, ਮਨ 'ਚ ਵਸਾ ਕੇ ਨਹੀਂ ਆਏ। 2 ਮਿੰਟ ਦਾ ਫੇਸਬੁੱਕ ਤੇ ਲਾਈਵ ਕਰ ਦਿੱਤਾ ਤੇ ਸਟੇਟਸ ਪਾ ਦਿੱਤਾ ਜੀ ਮੈਂ ਗੁਰੂ ਘਰ ਦੇ ਵਿੱਚ। ਮਾਫ ਕਰਨਾ ਵੀ ਜੀ, ਮੈਂ ਕਿਸੇ ਇੱਕ ਨੂੰ ਨਹੀਂ ਕਹਿ ਰਹੀ, ਮੈਂ ਆਪਣੇ ਆਪ ਨੂੰ ਵੀ ਕਹਿੰਦੀ ਹਾਂ ਕਿਉਂਕਿ ਮੈਂ ਵੀ ਤੁਹਾਡੀ ਵੀ ਭੈਣ ਹਾਂ। ਤੇ ਉਸ ਚੀਜ਼ ਨੂੰ ਅਗਰ ਆਪਾਂ ਮਨ ਦੇ ਵਿੱਚ ਵਸਾਇਆ ਹੀ ਨਹੀਂ ਹੈਗਾ ਤੇ ਉੱਥੇ ਆਪਾਂ ਸਟੇਟਸ ਪਾ ਕੇ ਤੇ ਲਾਈਵ ਕਰਕੇ ਦਿਖਾ ਦਿੱਤਾ ਕਿ ਅਸੀਂ ਗੁਰੂ ਘਰ ਜਾਂਦੇ, ਅਸੀਂ ਗੁਰੂ ਨੂੰ ਮੰਨਦੇ ਹਾਂ, ਪਰ ਸਾਡੇ ਬਜ਼ੁਰਗਾਂ ਨੂੰ ਘਰੋਂ ਅਸੀਂ ਪਾਣੀ ਵੀ ਨਹੀਂ ਪੁੱਛਿਆ। ਬੱਚਿਆਂ ਨਾਲ ਪਿਆਰ ਨਹੀਂ, ਹਰ ਸਮੇਂ ਬਸ ਅਸੀਂ ਇੰਟਰਨੈਟ ਤੇ ਬੈਠੇ ਅਸੀਂ ਇਹ ਜਿਹੜੇ ਸੋਸ਼ਲ ਯਾਰ ਦੋਸਤ ਬਣਾਏ ਹੈ, ਕੁਝ ਨਕਲੀ ਹੈ ਤੇ ਕੁਝ ਅਸਲੀ ਹੈ, ਉਹਨਾਂ ਦੇ ਵਿੱਚ ਬਿਜ਼ੀ ਹਾਂ, ਆਪਣੇ ਪਰਿਵਾਰ ਨੂੰ ਵਿਸਾਰ ਰਹੇ ਹਾਂ। ਸੋ ਦਿਸ ਇਜ਼ ਨਾਟ ਫੇਅਰ, ਫਿਰ ਕੋਈ ਫਾਇਦਾ ਨਹੀਂ ਆਪਾਂ ਨੂੰ। ਸੋ ਮੇਰੇ ਕਹਿਣ ਦਾ ਭਾਵ, ਮੈਂ ਫਿਰ ਮੁੜ ਕੇ ਉੱਥੇ ਆਉਂਦੀ ਹਾਂ ਕਿ ਹੁਣ ਸਾਨੂੰ ਟਾਈਮ ਦਿੱਤਾ ਪਰਮਾਤਮਾ ਨੇ, ਮਜਬੂਰੀ ਦੇ ਨਾਲ ਹੀ ਅਸੀਂ ਘਰਾਂ ਦੇ ਵਿੱਚ ਬੰਦ ਹਾਂ ਕਰੋਨਾ ਕਰਕੇ, ਹੈ ਨਾ, ਘਰਾਂ 'ਚ ਬੈਠੇ ਹਾਂ, ਸਾਡੇ ਕੋਲ ਕੰਮ ਕਰ ਨਹੀਂ ਹੈ, ਤਾਂ ਸਾਡੇ ਕੋਲ ਇਹ ਤਾਂ ਵਧੀਆ ਕੰਮ ਹੈਗਾ ਨਾ ਕਿ ਅਸੀਂ ਇੰਟਰਨੈਟ ਜਿਹੜਾ ਆਪਾਂ ਚੈਟਿੰਗ ਲਈ ਜਾਂ ਕਾਲਿੰਗ ਲਈ ਜਾਂ ਸਟੇਟਸ ਲਈ ਖੋਲ੍ਹਦੇ ਹਾਂ, ਗੂਗਲ ਖੋਲ੍ਹੋ ਅਤੇ ਉੱਥੋਂ ਗੁਰਬਾਣੀ ਬਾਰੇ ਕੁਝ ਸਿੱਖੋ। ਜੋ ਚੀਜ਼ ਨੂੰ ਤੁਸੀਂ ਲਾਈਵ ਦਿਖਾ ਰਹੇ ਹੋ ਕਿ ਅਸੀਂ ਗੁਰੂ ਘਰ ਮੱਥਾ ਟੇਕਦੇ ਹਾਂ, ਉਸ ਚੀਜ਼ ਨੂੰ ਸਮਝੋ, ਉਸ ਚੀਜ਼ ਨੂੰ ਸਮਝਾਓ, ਆਪਣੇ ਬੱਚਿਆਂ ਨੂੰ ਸਮਝਾਓ, ਆਪਣੇ ਪਰਿਵਾਰ ਨੂੰ ਤੇ ਸਮਝੋ ਖੁਦ ਵੀ। ਤੇ ਧਰਮਾਂ, ਨਸਲਾਂ, ਮਜ਼ਹਬਾਂ ਦੇ ਝਗੜੇ ਹੀ ਖਤਮ ਹੋ ਜਾਣਗੇ ਜਿਸ ਦਿਨ ਅਸੀਂ ਬਾਣੀ ਨੂੰ ਆਪਣੇ ਮਨ ਦੇ ਵਿੱਚ ਵਿਸਾਰ ਲਿਆ। ਮਨ ਦੇ ਵਿੱਚ ਅਸੀਂ ਵਸਾ ਲਿਆ ਨਾ ਤੇ ਕੋਈ ਝਗੜਾ ਹੀ ਨਹੀਂ ਰਹੇਗਾ, ਕਿਉਂਕਿ ਤੁਸੀਂ ਗ੍ਰੰਥ ਸਾਹਿਬ ਨੂੰ ਦੇਖੋ, ਅਸੀਂ ਸਾਡੇ ਗੁਰੂ ਨੇ ਤੇ ਅੱਜ ਅਸੀਂ ਉਹਨਾਂ ਦਾ ਦਿਵਸ ਵੀ ਮਨਾਉਂਦੇ ਪਏ ਹਾਂ, ਲੇਕਿਨ ਤੁਸੀਂ ਇਹ ਤਾਂ ਦੇਖੋ ਕਿ ਇਸ ਗ੍ਰੰਥ ਸਾਹਿਬ ਦੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਬਾਣੀ ਸ਼ਾਮਲ ਹੈ। ਸਿੱਖ ਗੁਰੂਆਂ ਦੀ, ਭਗਤਾਂ ਦੀ, ਪੀਰਾਂ ਫਕੀਰਾਂ ਦੀ ਬਾਣੀ। ਇੱਥੋਂ ਤੇ ਇੱਥੋਂ
हरमंदर ਸਾਹਿਬ ਦੀ ਨੀਂਹ ਵੀ ਜਿਹੜੇ ਮੀਆਂ ਮੀਰ ਜੀ ਨੇ ਰੱਖੀ ਮੁਸਲਮਾਨ ਨੇ। ਤੇ ਗੁਰੂ ਘਰ ਨੇ, ਸਾਡੇ ਗੁਰੂਆਂ ਨੇ ਤੇ ਕਦੀ ਭੇਦਭਾਵ ਨਹੀਂ ਕੀਤਾ ਸੀਗਾ। ਬਾਣੀ ਵਿੱਚ ਜਿਹਨੂੰ ਅਸੀਂ ਆਪਣਾ ਗੁਰੂ ਕਹਿੰਦੇ ਆ ਉਹਦੇ ਵਿੱਚ ਤਾਂ ਕੋਈ ਭੇਦਭਾਵ ਹੀ ਨਹੀਂ ਹੈ। ਦੈਨ ਵਾਈ ਫਿਰ ਅਸੀਂ ਕਿਉਂ ਭੇਦਭਾਵ ਕਰਕੇ ਝਗੜੇ ਬਣਾ ਕੇ ਬੈਠੇ ਹੋਏ ਆ? ਕਿਉਂ ਲੜਾਈਆਂ ਝਗੜੇ ਹਰ ਸਮੇਂ ਬਾਰਡਰ ਤੇ ਝਗੜੇ? ਜੀ ਅੱਜ ਇਹ ਹੋ ਗਿਆ ਜੀ, ਅੱਜ ਹਿੰਦੂ ਮੁਸਲਿਮ ਲੜ ਪਏ ਜੀ, ਅੱਜ ਸਿੱਖ ਮੁਸਲਮਾਨ ਲੜ ਪਏ, ਜਾਂ ਸਿੱਖ ਹਿੰਦੂਆਂ ਦਾ ਇੱਦਾਂ ਹੋ ਗਿਆ ਜੀ। ਇਨਸਾਨੀਅਤ ਦੇਖੋ, ਇਨਸਾਨੀਅਤ ਸਮਝੋ। ਗੁਰੂ ਗ੍ਰੰਥ ਸਾਹਿਬ ਜੀ ਇਨਸਾਨੀਅਤ ਸਮਝਾਉਂਦੇ ਆ, ਮਾਨਵਤਾ ਸਮਝਾਉਂਦੇ ਆ। ਉਹ ਬੰਧਨਾਂ ਦੇ ਵਿੱਚ ਨਹੀਂ ਤੁਹਾਨੂੰ ਬੰਨ੍ਹ ਕੇ ਰੱਖ ਰਹੇ ਕਿ ਤੁਸੀਂ ਸਿੱਖ ਬਣ ਕੇ ਹੀ ਵਿਚਰੋ। ਜਾਂ ਗੁਰੂ ਘਰ ਦੇ 4 ਦਰਵਾਜ਼ੇ ਵੀ ਇਸ ਗੱਲ ਦੇ ਗਵਾਹ ਨੇ ਕਿ ਸਿੱਖੀ ਦੇ ਵਿੱਚ ਮਜ਼ਹਬ, ਊਚ ਨੀਚ ਮਾਇਨੇ ਨਹੀਂ ਰੱਖਦੇ। ਚਾਰੋਂ ਦਰਵਾਜ਼ੇ 24 ਘੰਟੇ ਖੁੱਲ੍ਹੇ ਆ ਹਰੇਕ ਧਰਮ ਲਈ, ਹਰੇਕ ਤਰ੍ਹਾਂ ਦੇ ਬੰਦੇ ਲਈ। ਪੀਰ ਹੈ, ਫਕੀਰ ਹੈ, ਗਰੀਬ ਹੈ, ਅਮੀਰ ਹੈ। ਉਹਨਾਂ ਦਾ ਲੰਗਰ ਵੀ ਪੰਗਤ ਵਿੱਚ ਹੈ। ਗੁਰੂ ਅਰਜਨ ਦੇਵ ਲੰਗਰ ਪੰਗਤ ਤੇ ਸੰਗਤ ਦਾ ਜਿਹੜੀ ਪ੍ਰਥਾ ਚਲਾਈ, ਤੁਸੀਂ ਉਹਨਾਂ ਚੀਜ਼ਾਂ ਨੂੰ ਦੇਖੋ। ਫਿਰ ਇਹ ਨਹੀਂ ਹੈ ਕਿ ਮੈਂ ਇਹ ਕਹਿੰਦੇ ਬੂੰਦ ਬੂੰਦ ਦੇ ਨਾਲ ਘੜਾ ਭਰਦਾ, ਬੂੰਦ ਬੂੰਦ ਦੇ ਨਾਲ ਘੜਾ ਭਰ ਜਾਂਦਾ ਹੈ ਨਾ। ਜੇ ਆਪਾਂ ਉਹਦਾ ਢੱਕਣ ਰੱਖਾਂਗੇ, ਇੱਕ ਇੱਕ ਬੂੰਦ ਜਾਂਦੇ ਜਾਂਦੇ ਵੀ ਕੋਈ ਦਿਨ ਆਏਗਾ ਕਿ ਘੜਾ ਭਰ ਜਾਏਗਾ। ਤੇ ਜੇ ਘੜਾ ਬੂੰਦਾ ਹੀ ਕਰਕੇ ਰੱਖਾਂਗੇ ਤੇ ਬੂੰਦਾਂ ਤਾਂ ਸਾਰੀਆਂ ਨੀਚੇ ਜਾਣਗੀਆਂ, ਘੜੇ 'ਚ ਤਾਂ ਨਹੀਂ ਪੈਣੀਆਂ। ਸੋ ਉਹੀ ਹਿਸਾਬ ਸਾਡੀ ਬਾਣੀ ਵਾਲਾ। ਅਗਰ ਆਪਾਂ ਸਮਝਾਂਗੇ ਇੱਕ ਇੱਕ ਕਰਕੇ ਸਮਝਣਾ ਸ਼ੁਰੂ ਕਰਾਂਗੇ ਨਾ, ਮੈਂ ਸਮਝਾਂਗੀ, ਮੈਂ ਸਮਝਾਵਾਂਗੀ, ਅੱਗੇ ਸਾਰੇ ਸਮਝਣਗੇ, ਅੱਗੇ ਸਮਝਾਣਗੇ, ਹੈ ਨਾ। ਸਮਝਦੇ ਸਮਝਦੇ ਸਾਰਾ ਕੁਛ ਹੀ, ਸਾਰਾ ਸੰਸਾਰ ਹੀ ਸਮਝੇਗਾ, ਝਗੜੇ ਖਤਮ ਹੋ ਜਾਣਗੇ। ਇਸੇ ਧਰਮ, ਇਸੇ ਵੰਡ ਵੰਡਾਈਏ ਨੂੰ ਖਤਮ ਕਰਨ ਵਾਸਤੇ ਦਸਮ ਪਿਤਾ ਜੀ ਨੇ ਆਪਣਾ ਪਰਿਵਾਰ ਵਾਰ ਦਿੱਤਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਹਿੰਦੂ ਧਰਮ ਸੀ ਮੈਂ ਨਹੀਂ ਬਚਾਣਾ। ਉਹਨਾਂ ਨੇ ਮੁਸਲਮਾਨ ਦੇ ਨਾਲ ਦੁਸ਼ਮਣੀ ਨਹੀਂ ਕੀਤੀ, ਉਹਨਾਂ ਨੇ ਅਨਿਆਏ ਦੇ ਖਿਲਾਫ ਲੜਾਈ ਕੀਤੀ। ਸੋ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ। ਇਹ ਨਹੀਂ ਉਹਨਾਂ ਨੇ ਅਨਿਆਏ ਦੇ ਖਿਲਾਫ ਲੜਿਆ, ਆਪਣਾ ਪਰਿਵਾਰ ਵਾਰਿਆ। ਸਾਨੂੰ ਇੱਕ ਬਣਾਉਣ ਲਈ, ਇੱਕ ਰੱਖਣ ਲਈ, ਤੇ ਅਸੀਂ ਉਸੇ ਹੀ ਏਕੇ ਨੂੰ ਫੇਰ ਬੰਧਨਾਂ ਦੇ ਵਿੱਚ ਬੰਨ੍ਹ ਦਿੱਤਾ ਕਿ ਤੂੰ ਤਰਖਾਣ ਹੈ, ਤੂੰ ਚਮਾਰ ਹੈ, ਤੂੰ ਹਿੰਦੂ ਹੈ, ਤੂੰ ਮੁਸਲਿਮ ਹੈ, ਤੂੰ ਨੀਵੀਂ ਕਾਸਟ ਦਾ ਹੈ, ਤੂੰ ਉੱਚੀ ਕਾਸਟ ਦਾ। ਸਾਡੇ ਗੁਰੂਆਂ ਪੀਰਾਂ ਨੇ ਤੇ ਸਾਨੂੰ ਜਾਤਾਂ, 5 ਪਿਆਰੇ ਵੀ ਦੇਖੋ ਤੁਸੀਂ, ਉਹ ਕਿਸੇ ਇੱਕ ਮਜ਼ਹਬ ਨਾਲ ਦੇ ਸੰਬੰਧਿਤ ਨਹੀਂ ਸੀਗੇ। ਉਹ ਤਾਂ ਨਹੀਂ ਗੁਰੂ ਜੀ ਨੇ ਕਿਹਾ ਕਿ ਹਾਂਜੀ ਮੇਰਾ ਸਿੱਖ ਹੀ ਇਕੱਲਾ ਜਿਹੜਾ ਹੋਵੇ ਉਹੀ ਅੰਮ੍ਰਿਤਪਾਨ ਕਰੇ। ਜਾਂ ਅੱਜ ਗੁਰੂ ਘਰ ਦੇ ਵਿੱਚ ਜਦੋਂ ਅੰਮ੍ਰਿਤਪਾਨ ਕਰਵਾਇਆ ਜਾਂਦਾ ਤਾਂ ਉੱਥੇ ਮੋਹਰ ਤਾਂ ਨਹੀਂ ਲਗਾਈ ਜਾਂਦੀ ਕਿ ਜਿਹੜਾ ਸਿੱਖ ਦਾ ਬੱਚਾ ਉਹੀ ਅੰਮ੍ਰਿਤ ਛਕੇ। ਅੰਮ੍ਰਿਤਪਾਨ ਦਾ ਮਤਲਬ ਤੁਹਾਨੂੰ ਇੱਕ ਧਰਮ 'ਚ ਬੰਧਣਾ ਨਹੀਂ ਹੁੰਦਾ। ਸਿੱਖ, ਸਿੰਘ ਦਾ ਮਤਲਬ ਹੁੰਦਾ ਸ਼ੇਰ, ਤੇ ਸ਼ੇਰ ਮਤਲਬ ਬਹਾਦਰ, ਜ਼ੁਲਮ ਦੇ ਖਿਲਾਫ ਲੜਨ ਵਾਲਾ, ਬਹਾਦਰ, ਅਨਿਆਏ ਦੇ ਖਿਲਾਫ ਲੜਨ ਵਾਲਾ, ਊਚ ਨੀਚ ਜਾਤ ਪਾਤ ਦੇ ਬੰਧਨਾਂ ਤੋਂ ਪਰੇ, ਇੱਕੋ ਰੱਬ, ਇੱਕੋ ਜੋਤ ਵਿੱਚ ਵਿਸ਼ਵਾਸ ਰੱਖਣ ਵਾਲਾ ਹੁੰਦਾ ਸਿੰਘ। ਅੰਮ੍ਰਿਤਪਾਨ ਕਰਵਾ ਕੇ ਕੋਈ ਬੇਦੀ ਹੈ, ਕੋਈ ਖੱਤਰੀ ਹੈ, ਕੋਈ ਕੁਮਾਰ ਹੈ, ਕੋਈ ਚਮਾਰ ਹੈ, ਕੋਈ ਮੁਸਲਮਾਨ ਹੈ, ਕੋਈ ਹਿੰਦੂ ਹੈ, ਉਹ ਸਿੰਘ ਬਣ ਜਾਂਦਾ ਹੈ। ਤੇ ਸਿੰਘ ਕੋਈ ਧਰਮ ਨਹੀਂ, ਸਿੰਘ ਹੈ ਬਹਾਦਰਤਾ, ਜਿਹੜੀ ਸਾਡੇ ਗੁਰੂ ਨੇ ਸਾਨੂੰ, ਸਾਡੇ ਅੰਦਰ ਇੱਕ ਸ਼ਕਤੀ ਜਿਹੜੀ ਸਿੰਘ ਦੇ ਰੂਪ ਦੇ ਵਿੱਚ ਸਾਨੂੰ ਦਿੱਤੀ, ਸਿੰਘ ਬਣਾਇਆ, ਸ਼ੇਰ ਬਣਾਇਆ, ਇੱਕ ਅਲੱਗ ਪਹਿਚਾਣ ਦਿੱਤੀ ਸਾਨੂੰ, ਸ਼ੇਰਾਂ ਦੀ ਕੌਮ। ਸਾਨੂੰ ਉਹਨਾਂ ਨੇ ਨਾ ਹਿੰਦੂ ਬਣਾਇਆ, ਨਾ ਮੁਸਲਮਾਨ ਬਣਾਇਆ, ਨਾ ਸਿੱਖ ਬਣਾਇਆ, ਸਿੰਘ ਬਣਾਇਆ, ਸਿੰਘ। ਜੇ ਅਜਿਹਾ ਹੁੰਦਾ ਨਾ ਕਿ ਅਸੀਂ ਸਿੱਖ, ਤੇ ਉਹਨਾਂ ਨੇ ਲਿਖਣਾ ਸੀ ਜੀ ਫਲਾਣਾ ਮਨਜੀਤ ਸਿੱਖ, ਕੁਲਜੀਤ ਸਿੱਖ, ਹੈ ਨਾ, ਕਮਲਜੀਤ ਸਿੱਖ।
ਸਾਡੇ ਦੇ ਨਾਲ ਲੱਗਿਆ ਹੈ ਗੁਰਦਾਸ ਵੀਰ ਜੀ। ਹਾਂਜੀ, ਗੁਰਦਾਸ ਸਿੱਖ ਹੋਣਾ ਸੀ, ਸਿੰਘ ਨਹੀਂ ਹੋਣਾ ਸੀਗਾ। ਸਾਡੇ ਨਾਵਾਂ ਦੇ ਮਗਰ ਲੱਗਿਆ ਸਿੰਘ ਤੇ ਕੌਰ, ਬਹਾਦਰ। ਸਿੰਘ ਹਿੰਦੀ ਦਾ ਵਰਡ ਹੈ, ਸ਼ੇਰ। ਸੋ ਮੇਰੀ ਇਹ ਬੇਨਤੀ ਹਮੇਸ਼ਾ ਹੀ ਰਹਿੰਦੀ ਹੈ ਕਿ ਦਿਵਸ ਮਨਾਓ ਨਹੀਂ, ਸਮਝੋ। ਸਮਝੋ ਤੇ ਸਮਝਾਓ। ਜੇ ਅਸੀਂ ਬਾਣੀ ਸਮਝ ਕੇ ਨਾ ਜੋ ਅਸੀਂ ਮਨਾ ਰਹੇ ਹਾਂ ਤੇ ਦੁਨੀਆ ਭਰ ਦੇ ਝਗੜੇ ਖਤਮ। ਬਿਲਕੁਲ ਗੁਰਦਾਸ ਵੀਰ ਜੀ, ਗੁਲਜੀਤ, ਮੈਂ ਮੇਰੀ ਸਾਰਿਆਂ ਨਾਲ ਅੱਗੇ ਹੱਥ ਜੋੜ ਕੇ ਬੇਨਤੀ ਹੈ, ਵੱਡੀ ਭੈਣ ਕਹਿ ਲਓ ਜਾਂ ਛੋਟੀ ਭੈਣ ਕਹਿ ਲਓ, ਵੀ ਦਿਵਸ ਇਹੀ ਪ੍ਰਚਾਰ ਕਰੋ ਕਿ ਜਿਹੜੇ ਸਾਡੇ ਦਿਵਸ ਹੈਗੇ ਨੇ ਨਾ, ਜਾਂ ਸਾਡੇ ਜਿਹੜੇ ਫਾਰਮੈਲਿਟੀ ਸੋਸ਼ਲ ਦੇ ਸਟੇਟਸ ਤੱਕ ਨਾ ਰਹਿਣ। ਸਾਡੇ ਜੋ ਪੰਜਾਬ ਦੇ ਹਾਲਾਤ ਵਿਗੜੇ, ਅਸੀਂ ਫੇਸਬੁੱਕ ਤੇ ਤਾਂ ਅਸੀਂ ਪੰਜਾਬੀ ਅੱਜ ਸਾਡੇ ਬੱਚੇ ਤਾਂ ਪੰਜਾਬੀ ਬੋਲਣ ਨੂੰ ਸ਼ਰਮ ਸਮਝਦੇ। ਪੰਜਾਬ 'ਚ ਜਾ ਕੇ ਦੇਖੋ, ਬੱਚੇ ਇੰਗਲਿਸ਼ ਔਰ ਹਿੰਦੀ 'ਚ ਗੱਲ ਕਰਨਗੇ, ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਦਾ ਦਰਜਾ ਦਿੰਦੇ ਕਿ ਇਹਨੂੰ ਕੁਝ ਆਂਦਾ ਹੀ ਨਹੀਂ ਹੈ, ਪਿੱਛੇ ਕਰਕੇ ਰੱਖਦੇ। ਲੋ ਫੈਮਿਲੀ, ਹਾਈ ਸੁਸਾਇਟੀ ਨਹੀਂ ਗਿਣਦੇ ਉਹਨੂੰ। ਤੇ ਇੰਟਰਨੈਟ ਤੇ ਖੋਲੋਗੇ, ਉਹੀ ਬੱਚੇ ਪਾ ਰਹੇ ਹੁੰਦੇ ਆ ਕਿ ਮਾਂ ਬੋਲੀ ਦੀ ਸੇਵਾ ਜੀ, ਮਾਂ ਬੋਲੀ ਦੀ ਰਕਸ਼ਾ ਜੀ, ਆ ਮਦਰ ਡੇ ਆ ਗਿਆ ਜੀ, ਆ ਸਾਡਾ ਫਲਾਣਾ ਦਿਵਸ ਆ ਗਿਆ ਜੀ, ਆ ਸਾਡਾ ਫਲਾਣਾ ਆ ਗਿਆ ਜੀ। ਤੇ ਉਹਦੇ ਉੱਪਰ ਕਮੈਂਟ ਵੀ ਬਹੁਤ ਨਾਈਸ। ਉਹਨਾਂ ਕਮੈਂਟਾਂ ਦੀ ਗੱਲ ਚੱਲੀਏ ਤਾਂ ਮੈਂ ਇੱਕ ਹੋਰ ਗੱਲ ਕਰ ਦਿੰਦੀ ਹਾਂ। ਕੱਲ ਮੈਂ ਪਰਸੋਂ ਇੱਕ ਬਹੁਤ ਹੀ ਗੰਭੀਰ ਵਿਸ਼ੇ ਤੇ ਜੋ ਮੈਂ ਬੋਲ ਰਹੀ ਹਾਂ ਉਸੇ ਵਿਸ਼ੇ ਤੇ ਮੈਂ ਲਿਖਿਆ, ਤੇ ਮੈਂ ਇੱਕ ਉਹਨੂੰ ਕਵਿਤਾ ਦਾ ਰੂਪ ਦੇ ਕੇ ਪੋਸਟ ਕਰ ਦਿੱਤਾ। ਉੱਪਰ ਲਿਖਿਆ ਕਿ ਕਵਿਤਾ ਲਿਖ ਕੇ ਪੜ੍ਹ ਕੇ ਤੇ ਰਿਵਿਊਜ਼ ਦਿਓ ਜੇ, ਮੈਨੂੰ ਲਾਈਕ ਦੀ ਲੋੜ ਨਹੀਂ ਹੈ। ਉੱਥੇ ਕਈਆਂ ਮੇਰੇ ਵੀਰਾਂ ਨੇ ਬੜਾ ਸੋਹਣਾ ਪੜ੍ਹਿਆ, ਚਲੋ ਬੜੇ ਮਾਣ ਵਾਲੀ ਗੱਲ ਹੈ ਮੇਰੇ ਲਈ ਕਿ ਮੇਰੇ ਵੀਰਾਂ ਮੈਨੂੰ ਪੜ੍ਹਿਆ ਤੇ ਮੈਨੂੰ ਰਿਵਿਊਜ਼ ਦਿੱਤੇ, ਈਵਨ ਮੈਸੇਂਜਰ ਤੇ ਮੈਨੂੰ ਪਰਸਨਲ ਆਏ ਕਿ ਬਹੁਤ ਅੱਛਾ ਹੈ। ਪਰ ਬਹੁਤੇ ਵਿੱਚੋਂ ਬਜ਼ੁਰਗ ਵੀ ਸੀ ਜਿਹੜੇ ਨਾਈਸ ਗੁੱਡ ਵਾਟ ਨਾਈਸ ਐਂਡ ਗੁੱਡ। ਮੈਂ ਤਾਂ ਇੱਕ ਧਰਤੀ ਦੀ ਪੇਨ ਲਿਖੀ ਹੈ, ਪੀੜ ਲਿਖੀ ਹੈ ਕਿ ਮੇਰੀ ਧਰਤੀ ਕੀ ਕਹਿ ਰਹੀ ਹੈ। ਮੇਰੀ ਧਰਤੀ ਐਡੀ ਸੋਹਣੀ, ਮੇਰੇ ਪੰਜਾਬ ਦੀ ਧਰਤੀ ਐਡੀ ਸੋਹਣੀ, ਜਿਹੜੀ ਖੇਤੀਬਾੜੀ ਵਾਲੀ ਜ਼ਮੀਨ, ਗੁਰੂਆਂ ਪੀਰਾਂ ਦੀ ਮਾਂ, ਅੱਜ ਉਹ ਆਪਣੇ ਹੀ ਬੱਚਿਆਂ ਦੇ ਹੱਥੋਂ ਕਤਲ ਹੋ ਰਹੀ ਹੈ। ਉਹਦਾ ਇੱਕ ਦਰਦ ਬਿਆਨ ਕੀਤਾ ਤੇ ਇੱਕ ਦੋ ਸ਼ਬਦ ਨਾਈਸ ਲਿਖਣ ਦੀ ਬਜਾਏ ਤੁਸੀਂ ਜੇ ਉਹਨੂੰ ਪੜ੍ਹਿਆ ਹੁੰਦਾ ਤੁਹਾਨੂੰ ਪੀੜ ਮਹਿਸੂਸ ਹੁੰਦੀ। ਇੱਕ ਮਾਂ ਨੂੰ ਆਪਣੇ ਬੱਚੇ ਦੀ ਪੀੜ ਮਹਿਸੂਸ ਹੁੰਦੀ ਹੈ ਤਾਂ ਇੱਕ ਬੱਚੇ ਨੂੰ ਵੀ ਮਾਂ ਦੀ ਪੀੜ ਮਹਿਸੂਸ ਹੁੰਦੀ ਹੈ ਨਾ। ਅਗਰ ਪੜ੍ਹਿਆ ਹੁੰਦਾ ਤੇ ਤੁਸੀਂ ਉਹਦੀ ਪੀੜ ਮਹਿਸੂਸ ਕਰਕੇ ਲਿਖਦੇ ਕਿ ਸਾਡੇ ਲਈ ਹਾਂਜੀ ਬੜੇ ਚਿੰਤਾ ਦਾ ਵਿਸ਼ੇ। ਕੁਛ ਮੈਂ ਇਹ ਨਹੀਂ ਕਹਿੰਦੀ ਕਿ ਸਾਰਿਆਂ ਨੇ, ਬਹੁਤ ਸਾਰੇ ਮੇਰੇ ਵੀਰਾਂ ਨੇ ਅੱਛੀ ਤਰ੍ਹਾਂ ਪੜ੍ਹ ਕੇ ਅੱਛਾ ਲਿਖਿਆ ਕਿ ਹਾਂਜੀ ਮਾੜੀ ਗੱਲ ਹੈ, ਸਾਨੂੰ ਆਪਣਾ ਕਲਚਰ ਬਚਾਉਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਮੋਸਟ ਆਫ ਦਾ ਪੀਪਲ ਨਾਈਸ ਕਿਉਂਕਿ ਉਹ ਹੈਬਚੁਅਲ ਹੋ ਚੁੱਕੇ ਆ ਸੋਸ਼ਲ ਤੇ ਸਟੇਟਸ ਪਾ ਕੇ। ਉਹਨਾਂ ਨੇ ਉਹ ਹੁੰਦਾ ਹੈ ਕਿ ਮੇਰੀ ਪੋਸਟ ਦੇ ਉੱਪਰ ਕਿੰਨੇ ਲਾਈਕ ਆਏ, ਮੈਂ ਲਾਈਕ ਕਰਾਂਗਾ ਤੇ ਮੈਨੂੰ ਵੀ ਰਿਵਰਸ ਆਏਗਾ। ਲਾਈਕ ਕਮੈਂਟ ਜਿਹੜੀ ਸਾਡੇ ਬੱਚਿਆਂ ਦੀ ਜ਼ਿੰਦਗੀ, ਮੋਸਟ ਆਫ ਦਾ ਪੰਜਾਬ, ਨਾਈਸ ਤੇ ਕਮੈਂਟ, ਨਾਈਸ ਲਾਈਕ ਕਮੈਂਟ, ਇਹਨਾਂ ਚੀਜ਼ਾਂ 'ਚ ਇੱਕ ਜ਼ਿੰਦਗੀ ਬੱਚਿਆਂ ਦੀ ਬਣ ਕੇ ਰਹਿ ਗਈ ਹੈ। ਅੱਜ ਮੇਰੇ ਇੰਨੇ ਫੋਲੋਵਰ ਹੋ ਗਏ ਨੇ, ਇੰਨੇ ਮੇਰੇ ਜੀ ਇੰਸਟਾਗ੍ਰਾਮ ਤੇ ਹੈ, ਇੰਨੇ ਮੇਰੇ ਟਿਕਟੌਕ ਤੇ ਹੈ, ਇੰਨੇ ਮੇਰੇ ਫੇਸਬੁੱਕ ਤੇ ਹੈ। ਇਹੀ ਜ਼ਿੰਦਗੀ ਰਹਿ ਗਈ ਬੱਚਿਆਂ ਦੀ। ਇਸੇ ਕਰਕੇ ਮੇਰਾ ਪੰਜਾਬ ਜਿਹੜਾ ਰੋ ਰਿਹਾ, ਅਗਰ ਤੁਸੀਂ ਉਹਨੂੰ ਮਹਿਸੂਸ ਕਰੋਗੇ ਨਾ, ਉੱਥੋਂ ਦੀ ਧਰਤੀ ਰੋ ਰਹੀ ਹੈ ਕਿਉਂਕਿ ਉੱਥੋਂ ਦੇ ਬੱਚੇ ਆਪਣੀ ਜ਼ੁਬਾਨ ਬੋਲਣ ਨੂੰ ਸ਼ਰਮ ਸਮਝਦੇ। ਬਿਲਕੁਲ ਜਿਹਨੇ ਨਾਈਸ ਲਿਖਿਆ ਉਹਨੇ ਪੜ੍ਹਿਆ ਹੀ ਨਹੀਂ ਕਿਉਂਕਿ ਉਹਨੇ ਫਾਰਮੈਲਿਟੀ ਕਰਤੀ ਕਿ ਪ੍ਰੀਤ ਮੈਡਮ ਨੇ ਪਾਇਆ ਹੈ, ਨਾਈਸ ਕਰ ਦਿਓ। ਮੈਂ ਕੋਈ ਸੈਲੀਬ੍ਰਿਟੀ ਨਹੀਂ ਹੈ, ਨੋਰਮਲ ਜੀ ਇਨਸਾਨ ਆ, ਤੁਹਾਡੀ ਭੈਣ ਹੀ ਆ। ਮੈਨੂੰ ਕਿਸੇ ਨਾਈਸ ਜਾਂ ਲਾਈਕ ਦੀ ਵੀ ਜ਼ਰੂਰਤ ਨਹੀਂ ਹੈ। ਤੁਸੀਂ ਪੜ੍ਹੋ ਤੇ ਸਮਝੋ। ਮੇਰੇ ਮਨ ਦੀ ਇਹ ਹੈ ਕਿ ਜਿੱਥੋਂ ਤੱਕ ਮੇਰੀ ਜ਼ਿੰਦਗੀ ਹੈਗੀ ਹੈ, ਜਿੰਨੇ ਕਿ ਮੇਰੇ ਸਾਹ ਹੈਗੇ ਨੇ, ਮੈਂ ਇਸੇ ਤਰ੍ਹਾਂ ਲਿਖਦੀ ਰਵਾਂ, ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੀ ਰਵਾਂ। ਕਦੀ ਨਾ ਕਦੀ ਕੋਈ ਨਾ ਕੋਈ ਸਮਝੇਗਾ ਤੇ ਮੈਂ ਕਰਦੀ ਰਵਾਂਗੀ। ਮੈਂ ਜਿੰਨੇ ਜੋਗੀ ਹੈਗੀ ਆ, ਮੈਂ ਉਨੀ ਦੇਰ, ਜਿੰਨੇ ਸਾਹ ਹੈਗੇ ਨੇ ਉਨੀ ਦੇਰ ਕਰਦੀ ਰਵਾਂਗੀ।
तो मैं ਜਦੋਂ तक अगर मैं पढ़ती नहीं तो मैं किसी के नाइस कमेंट लिखती ही नहीं। मैं लाइक हाँ मैं पढ़ती हाँ तो मैं लाइक करती हाँ, अगर मेरे को टाइम हैगा तो मैं लाइक करती हाँ, नहीं तो मैं कमेंट अगर पढ़िया नहीं तो फिर की हाल है। हाँ जी मक्खन, हाँ जी मक्खन शेरवाल, हाँ जी जी बिल्कुल। पंजाब के बुरे हालात, पंजाब की धरती अगर तुसी महसूस करो एक माँ का दर्द ना, अगर महसूस करोगे तो तुहानू महसूस होएगा, नहीं अगर तुसी सोशल के कमेंटा ते लाइक तक करोगे तो तुहानू कभी फील नहीं होएगा। आ जिहड़ी बाणी दा तुसी दिन रात इत्थे मेरे पता नहीं किन्ने सारा दिन स्टेटस आंदे हैं, इन्हां तो पुछो जरा जिन्हां ने पाए हुंदे आ स्टेटस, इन्हां नूं पुछो कि बाणी लिखी किन्ने, किन्ने भगतां दी बाणी है इहदे विच, की लिखिआ है इहदे विच, किन्ने गुरियाई बख्शी सीगी। जां इदां करो कि इन्हां कोलों जिहड़ी गुरमुखी हुंदी है इन्हां नूं इह भी नहीं पता होना 35 किन्नू कहंदे आ, ते इन्हां कोल तुसी कहो कि 35 ही सुना दो। 35 सुनाण नूं कह दो कि अगर तुहानू 10 दे विचों कोई 2 बच्चे शायद सुना देण, बालियां नूं 35 भी नहीं आंदी हुण। उन्हां नूं इह पता ही नहीं होना कि 35 हुंदा की है। ते फिर असी आ स्टेटस पा के असी की शो करते हैं, फॉर्मैलिटी। ਇਹ कि गुरु घर का स्टेटस है तो गुरु घर बारे लिख रहे हैं तो सानू बहुत ज़्यादा लाइक आएंगे, साढ़े फॉलोवर्स बढ़नगे। दिस इज़ नॉट गुड फॉर अस, दिस इज़ नॉट फॉर गुड जनरेशन। हम मैं जनरेशन की इत्थे गलती, अज मैं जनरेशन की नवी जनरेशन की भी गलती नहीं कहांगी, क्योंकि जिथों तक मैं देखती पई हाँ, मैं माफ़ी मंगदी हाँ, मैनू माफ़ कर देना, मैं बोलण तो पहले ही माफ़ी मंगदी पई हाँ कि जिहड़े बजुर्ग हैगे ने ना, रियलिटी मैं दसदी पई हाँ। मैं लोड़ पे तो मैं साबित भी कर सकती हाँ, क्योंकि मैं कभी विदाउट प्रूफ नहीं कहती कुछ। जेडे बजुर्ग है ना वो सोशल का ज़्यादा नजायज़ फायदा उठा रहे हैं, अपनी एज नूं भुल के वो जो काम कर, नौजवान भी वो काम नहीं हुण करते, क्योंकि नौजवान भी कुछ हद तक समझ चुके हैं, लेकिन वो काम कर रहे हैं। उन्होंने कोल दे बस एक ही फेसबुक है, चैटिंग है, मनोरंजन है। तो मैं सारे नहीं कहती कि सारे, हाँ कुछ मेरे बजुर्ग वीर भैन सब ते बच्चे बहुत अच्छा काम भी कर रहे हैं, बहुत अच्छे राइटर ने। मक्खन सिंह देखो साडे नाल होर राइटर हैगे ने, सुरजीत सिंह वीर जी है ना, सुरजीत सिंह फलेड़ा, होर भी कई मेरी भैन भी नवे राइटर हैगे ने, बहुत अच्छा काम कर रहे हैं माँ बोली लई, ते बड़ी खुशी हुंदी है। इसे करके मैं ये प्रीतनामा शुरू किया इन्हां बच्चियां नूं सपोर्ट करन लई, कि इन्हां नूं हौसला अफजाई होवे कि हाँ जी साडे लिखतां कोई पढ़ रहा। खुशी हुंदी है ना बच्चियां नूं वेख के कि अच्छा काम कर रहे ने, साफ सुथरा लिख रहे ने, सोहना लिख रहे ने। सो गल्लां लंबियां हो जांदियां ने, जिन्नियां भी करांगे वो तो चली जाणियां ने, पर मेन मेरा फिर उत्थे आ जांदा है कि करोना ने सानू मजबूरी बस अंदर बहन ते मजबूर किया है, तो उसदा फायदा सिर्फ इंटरनेट, फेसबुक, टिकटॉक, इंस्टाग्राम की चैटिंग, कॉलिंग जां वीडियो तक सीमित, जां स्टेटस तक सीमित ना रखो। बाणी पढ़ो, समझो, ਉਹਦੇ इतिहास तक जाओ, क्यों मना रहे हैं, किस लिए मना रहे हैं, की लिखिया है ਇਹਦੇ ਵਿੱਚ, समझांगे तो समझावांगे। सारिਆਂ ਨੂੰ पता होना है कि मैं एक टीचर भी रह चुकी हाँ, तो प्रिंसीपल भी रह चुकी हाँ, तो मैं बच्चों नूं भी यही आतक स्टूडेंट, तो अपने बच्चों नूं भी, तो अपने भैन भरावां नूं, आपदे बड्डियां नूं, मेरे कोल तां आपदे बड्डे भी मेरे नाल इदां ट्रीट करते हैं कि बच्चे नाल बच्ची ते भैन नाल भैन, कि उन्होंने भी कहती हैं कि कोई भी चीज़ तुसी बुक भी पढ़नी है ना, उन्होंने पढ़ो नहीं, उन्होंने समझो। जदों तुसी समझोगे तो तुहानूं याद करन दी, रट्टे लाने की लोड़ ही नहीं पैनी, तुसी 100% नंबर नाल पास हो, क्योंकि तुहानूं थ्योरी समझ आ गई। एक दो सवाल रट लोगे, वो सवाल के पेपर च ना आए तो फिर की करोगे। जे थ्योरी पता होएगी तो चाहे जिन्ने मर्जी सवाल आ जाए, चाहे 100 सवाल आ जाए, तुसी 100% पास हो।
ਸੋ ਗੱਲ ਜਿੰਨੀ ਮਰਜ਼ੀ ਉਦਾਹਰਨਾਂ ਲੈ ਲਓ, ਗੱਲ ਇੱਕੋ ਹੀ ਹੁੰਦੀ ਹੈ ਕਿ ਥਿਓਰੀ ਨੂੰ ਰੱਟਾ ਲਗਾਉਣ ਦੀ ਕਿਸੇ ਵੀ ਬੁੱਕ ਨੂੰ ਸਿਲੇਬਸ ਨੂੰ ਰੱਟਾ ਲਗਾਉਣ ਦੀ ਬਜਾਏ ਨਾ ਉਹਦੀ ਥਿਓਰੀ ਨੂੰ ਸਮਝਿਆ ਜਾਏ ਕਿ ਉਹਦੇ ਵਿੱਚ ਹੈ ਕੀ ਹੈ, ਕਿਸ ਚੀਜ਼ ਬਾਰੇ ਲਿਖਿਆ, ਕਿਹਨੇ ਲਿਖਿਆ, ਕਿੱਦਾਂ ਲਿਖਿਆ, ਕਿੱਦਾਂ ਹੋਣਾ। 100% ਹੈ ਕਿ ਤੁਸੀਂ 100% ਪਾਸ ਹੋ, ਫਿਰ ਕੋਈ ਬੋਰਡ ਤੁਹਾਨੂੰ ਫੇਲ ਨਹੀਂ ਕਰ ਸਕਦਾ। ਤੇ ਗੁਰੂ ਗ੍ਰੰਥ ਸਾਹਿਬ ਵੀ ਇਦਾਂ ਹੀ ਹੈ। ਆ ਜਿਹੜੇ ਦਿਨ ਤਿਉਹਾਰ ਤੋਂ ਸਟੇਟਸ ਤੱਕ ਹੈ ਨਾ, ਇਹਨੂੰ ਤੁਸੀਂ ਸਟੇਟਸ ਛੱਡ ਕੇ ਇੰਟਰਨੈਟ ਖੋਲੋ, ਗੂਗਲ ਖੋਲੋ, ਉਹਦੇ ਉੱਪਰ ਆਪਣੀ ਮੈਨੂੰ ਪਤਾ ਹੈ ਕਿ ਘਰਾਂ ਦੇ ਵਿੱਚ ਬਜ਼ੁਰਗਾਂ ਨੂੰ ਵੀ ਅੱਜ ਕੱਲ੍ਹ ਇੰਨਾ ਨਹੀਂ ਹੈਗਾ। ਹਾਂ, ਪੁਰਾਣੇ ਬਜ਼ੁਰਗ ਸੀਗੇ, ਪਰਿਵਾਰ ਇਕੱਠਾ ਕਰ ਲੈਂਦੇ ਸੀਗੇ। ਸਾਨੂੰ ਆਪਣੇ ਦਾਦੇ ਪੜਦਾਦੇ ਸਾਡੇ ਜਿਹੜੇ ਸੀਗੇ, ਪੜਦਾਦਾ ਜੀ ਸਾਡੇ, ਮੈਂ ਜੁਆਇੰਟ ਫੈਮਿਲੀ ਦੇ ਵਿੱਚ ਪਲੀ ਵੱਡੀ ਹੋਈ ਹਾਂ। ਸਾਰੀ ਫੈਮਿਲੀ ਨੇ ਰਾਤ ਨੂੰ ਇਕੱਠੇ ਹੋ ਜਾਣਾ, ਤੇ ਮੈਂ ਸਾਰੀ ਉਹ ਆਪਣੀ ਬੁੱਕ ਦੇ ਵਿੱਚ ਵੀ ਲਿਖਿਆ। 4 ਪਾਰਟ ਮੈਂ ਤੁਹਾਡੇ ਨਾਲ ਸਾਂਝੇ ਆਲਰੇਡੀ ਕਰ ਚੁੱਕੀ ਹਾਂ, ਕਿੱਥੇ ਗਈਆਂ ਰਾਤਾਂ ਤੇ ਕਿੱਥੇ ਗਈਆਂ ਬਾਤਾਂ। ਸਾਰਾ ਪਰਿਵਾਰ ਰਾਤ ਨੂੰ ਉਹਨਾਂ ਨੇ ਇਕੱਠਾ ਕਰ ਲੈਣਾ ਤੇ ਲੰਬੀਆਂ ਲੰਬੀਆਂ ਗੁਰੂ ਘਰ ਦੀਆਂ ਕਹਾਣੀਆਂ ਸੁਣਾਉਣੀਆਂ। ਅਸੀਂ ਨਾ ਗ੍ਰੰਥ ਪੜ੍ਹੇ ਤੇ ਨਾ ਅਸੀਂ ਪੋਥੀਆਂ ਪੜ੍ਹੀਆਂ, ਉਹੀ ਬਜ਼ੁਰਗਾਂ ਦੀਆਂ ਸੁਣੀਆਂ ਪੱਲੇ ਅੱਜ ਤੱਕ ਦੇਖੋ ਭੁੱਲਿਆ ਹੀ ਨਹੀਂ ਹੈ। ਇਹੋ ਜਿਹੇ ਤੇ ਅੱਜ ਮਾਸਟਰ ਪੜ੍ਹਾਉਂਦੇ ਨੇ ਸਕੂਲ ਦੇ ਵਿੱਚ, ਤੇ ਸ਼ਾਮ ਨੂੰ ਬੱਚੇ ਨੂੰ ਪੁੱਛੋ ਤਾਂ ਭੁੱਲ ਚੁੱਕਿਆ ਹੁੰਦਾ। ਹਾਂਜੀ, ਉਹਨੂੰ ਹੋਮਵਰਕ ਕਰਵਾ ਕੇ ਰੱਟਾ ਲਗਾਇਆ ਜਾਂਦਾ ਕਿ ਕੱਲ੍ਹ ਨੂੰ ਬੇਟਾ ਤੂੰ ਇਹ ਜਾ ਕੇ ਕਲਾਸ ਦੇ ਵਿੱਚ ਸੁਣਾਉਣਾ ਹੈ, ਤੇ ਕੱਲ੍ਹ ਆਉਂਦੇ ਉਹ ਫਿਰ ਭੁੱਲ ਚੁੱਕਿਆ ਹੁੰਦਾ। ਅਗਰ ਉਹ ਸੁਣਾ ਵੀ ਦਿੰਦੇ ਤੇ 2-3 ਦਿਨ ਬਾਅਦ ਉਹ ਗਾਇਬ ਦਿਮਾਗ 'ਚੋਂ। ਤੇ ਬਜ਼ੁਰਗਾਂ ਦੀਆਂ ਕਹਾਣੀਆਂ ਸੁਣਾਈਆਂ ਹੋਈਆਂ ਨਾ, ਅੱਜ ਵੀ ਯਾਦ ਨੇ। ਉਹ ਤਰੀਕੇ ਸੀ ਉਹਨਾਂ ਦੇ ਸਮਝਾਉਣ ਦੇ ਕਿ ਕਿੱਦਾਂ ਸਮਝਾਉਣਾ। ਇੰਟਰਸਟਿੰਗ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਦਾ, ਗੁਰੂ ਨਾਨਕ ਦੇਵ ਜੀ ਦਾ, ਈਵਨ ਸਾਨੂੰ ਰਾਮਾਇਣ ਤੱਕ ਦਾ ਪੂਰਾ ਉਹਨਾਂ ਨੇ ਵਿਸਥਾਰ ਦੇ ਦਿੱਤਾ। ਇਹ ਨਹੀਂ ਕਿ ਗ੍ਰੰਥ ਸਾਹਿਬ ਦਾ ਵੀ, ਰਾਮਾਇਣ ਤੱਕ ਦਾ ਵੀ, ਗਣੇਸ਼ ਚਤੁਰਥੀ ਅੱਜ ਉਹ ਸਟੋਰੀਆਂ ਤੱਕ ਸਾਨੂੰ ਉਹਨਾਂ ਨੇ ਸੁਣਾ ਛੱਡੇ ਵੀ ਕਿੱਦਾਂ ਉਹਨਾਂ ਦੇ ਲਾਈਫ ਦੇ ਨਾਲ ਕਿੱਦਾਂ ਹੋਇਆ। ਉਹ ਸੀਗੇ ਬਜ਼ੁਰਗ ਉਸ ਟਾਈਮ, ਕਿਉਂਕਿ ਇੰਟਰਨੈਟ ਨਹੀਂ ਹੁੰਦਾ ਸੀ, ਗੁਰਬਾਣੀ ਪੜ੍ਹਦੇ ਸੀ ਤੇ ਗੁਰਬਾਣੀ ਉਹਨਾਂ 'ਚ ਵਸਦੀ ਸੀਗੀ। ਉਹ ਰੱਟੇ ਨਹੀਂ ਲਾਉਂਦੇ ਸੀ, ਵਸਦੀ ਸੀਗੀ ਕਿਉਂਕਿ ਸਮਝਦੀ ਸੀਗੀ। ਉਹ ਸੀਗਾ ਬਜ਼ੁਰਗਾਂ ਦਾ ਟਾਈਮ। ਅੱਜ ਉਹ ਸਾਡਾ ਤੇ ਪੰਜਾਬ ਹੱਸਦਾ ਵਸਦਾ ਖੇਡਦਾ ਵੀ ਸੀਗੀ। ਕਿਸੇ ਨੂੰ ਮਾਂ ਦੀ ਦਾਲ ਨਹੀਂ ਸੀ ਬੰਦ, ਕਿਸੇ ਨੂੰ ਚਾਵਲ ਨਹੀਂ ਸੀ ਬੰਦ, ਕਿਸੇ ਨੂੰ ਸ਼ੂਗਰ ਨਹੀਂ ਸੀ, ਕਿਸੇ ਨੂੰ ਹਾਰਟ ਅਟੈਕ ਨਹੀਂ ਸੀ। ਮੈਨੂੰ ਨਹੀਂ ਪਤਾ, ਮੈਂ ਕਹੋਗੇ ਕਿ ਮੇਰੀ ਇੰਨੀ ਇਹ ਤਾਂ ਹੈ ਨਹੀਂ, ਮੈਂ ਪੁਰਾਣੀਆਂ ਗੱਲਾਂ ਪਰ ਮੈਂ ਦੇਖੀਆਂ ਨਹੀਂ ਜਾਣਦਾ, ਤਾਂ ਮੈਨੂੰ ਪਤਾ ਤਾਂ ਹੈਗਾ ਪਿੱਛੇ ਪੜ੍ਹ ਕੇ ਸੁਣ ਕੇ ਆਪਣੇ ਬਜ਼ੁਰਗਾਂ ਦੇ ਕੋਲੋਂ। ਕਿਸੇ ਨੂੰ ਹਾਰਟ ਅਟੈਕ ਨਹੀਂ ਸੀ ਹੁੰਦਾ, ਕਿਸੇ ਨੂੰ ਡਾਇਬਟੀਜ਼ ਨਹੀਂ ਸੀ ਹੁੰਦੀ, ਕਿਉਂਕਿ ਉਹ ਬਾਣੀ ਪੜ੍ਹਦੇ ਸੀ, ਵਿਚਾਰਦੇ ਸੀ, ਉਸ ਦੇ ਅਨੁਸਾਰ ਹੀ ਖੁਰਾਕਾਂ ਖਾਂਦੇ ਸੀ ਤੇ ਉਸ ਦੇ ਅਨੁਸਾਰ ਹੀ ਜ਼ਿੰਦਗੀ ਜੀਂਦੇ ਸੀ। ਆਪਣੀ ਲਾਈਫ ਨੂੰ ਰੱਖਿਆ ਤਾਂ ਉਹ ਤੁਸੀਂ ਕਹਿ ਲਓ ਕਿ 60 ਤੱਕ ਚਲੇ ਗਏ ਤੇ ਬਜ਼ੁਰਗ ਹਜੇ ਬੈਠੇ। ਸੋ ਕਹਿੰਦਾ ਭਾਵੇਂ ਮੇਰੇ ਵੀ ਜੀ ਅਗਰ ਕਿਸੇ ਨੂੰ ਵੀ ਮੇਰੀ ਗੱਲ ਦਾ ਕੋਈ ਮਾੜਾ ਲੱਗਿਆ, ਬੁਰਾ ਲੱਗਿਆ ਤਾਂ ਮੈਨੂੰ ਅਣਜਾਣ ਤੇ ਕਮਤ ਸਮਝ ਕੇ ਮਾਫ ਕਰਨਾ। ਪਰ ਮੈਂ ਆਈ ਵੀ ਲਾਈਵ ਤੁਹਾਡੇ ਨਾਲ 4-5 ਗੱਲਾਂ ਕਰਨ ਨੂੰ ਸੀ, ਪਰ ਟਾਈਮ ਮੇਰਾ ਹਮੇਸ਼ਾ ਲੱਗ ਜਾਂਦਾ। ਤੇ ਫਿਰ ਦੁਬਾਰਾ ਇਹੀ ਬੇਨਤੀ ਕਰਦੀ ਹਾਂ ਕਿ ਦਿਵਸ ਨੂੰ ਮਨਾਓ ਨਹੀਂ, ਦਿਲ 'ਚ ਵਸਾਓ, ਸਮਝੋ ਤੇ ਸਮਝਾਓ, ਬਾਣੀ ਸਮਝੋ ਤੇ ਸਮਝਾਓ। ਕਰੋਨਾ ਉਹੀ ਇਚਿੰਗ, ਉਹੀ ਜ਼ੁਕਾਮ, ਇਨਫੈਕਸ਼ਨ ਨਹੀਂ ਹੈ ਜੋ ਅੱਜ ਨਹੀਂ ਹੋਇਆ, ਮੁੱਢਾਂ ਤੋਂ ਹੁੰਦਾ ਆ ਰਿਹਾ। ਹੁਣ ਇਹ ਇੱਕ ਬਿਜ਼ਨਸ ਬਣ ਗਿਆ ਸਾਡੇ ਇੰਡੀਆ ਲਈ। ਰੱਬ ਦੇ ਨਾਲ ਇੱਕ ਨਵਾਂ ਟੌਪਿਕ ਅਗਰ ਇਹਨੂੰ ਛੇੜ ਲਿਆ ਤਾਂ ਬਹੁਤ ਲੰਬਾ ਫਿਰ ਲਾਈਵ ਚਲਾ ਜਾਏਗਾ। ਇੰਡੀਆ ਦੇ ਵਿੱਚ ਕਰੋਨਾ ਵੀ ਇੱਕ ਬਿਜ਼ਨਸ ਬਣ ਚੁੱਕਿਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦਲਜਿੰਦਰ ਜੀ। ਇੰਡੀਆ ਦੇ ਵਿੱਚ ਕਰੋਨਾ ਵੀ ਇੱਕ ਬਿਜ਼ਨਸ ਬਣ ਚੁੱਕਿਆ, ਕਿਉਂਕਿ ਜਰਾ ਜਿੰਨੀ ਖਾਂਸੀ ਆਈ ਚੱਕ ਕੇ ਲੈ ਕੇ ਪੇਸ਼ੈਂਟ ਨੂੰ ਉਹਦਾ ਕਿਡਨੀ ਕੱਢਿਆ, ਉਹਦਾ ਦਿਲ ਕੱਢਿਆ, ਗੋਡੇ ਕੱਢੇ, ਸਭ ਕੁਝ ਕੱਢ ਕੇ ਵੇਚ ਵਿਛਾ ਕੇ ਜੀ ਹਾਂਜੀ ਕਰੋਨਾ ਹੋ ਗਿਆ, ਬੰਦਾ ਮਰ ਗਿਆ। ਰੱਬ ਦੇ ਕਹਿਰ ਤੋਂ ਵੀ ਨਹੀਂ ਡਰਦੇ ਪਏ ਲੋਕ। ਤਰ੍ਹਾਂ ਦੇ ਮਾਸਕ ਤਿਆਰ ਹੋਣ ਲੱਗ ਗਏ, ਮਾਸਕ ਸੇਫਟੀ ਲਈ, ਕੋਟਨ ਦੇ ਕੱਪੜੇ ਦੇ ਬਣੇ ਮਾਸਕ। ਦਿਸ ਇਜ਼ ਗੁੱਡ। ਬਟ ਹੁਣ ਸੂਟਾਂ ਦੇ ਨਾਲ ਦੇ ਮਾਸਕ ਆ ਗਏ, ਡਰੈਸਾਂ ਦੇ ਨਾਲ ਦੇ ਮਾਸਕ ਬਣ, ਮਤਲਬ ਕਰੋਨਾ ਨੂੰ ਵੀ ਲੋਕਾਂ ਨੇ ਇੱਕ ਬਿਜ਼ਨਸ ਬਣਾ ਲਿਆ। ਸੋ ਡੋਂਟ ਕੇਅਰ ਕਰੋਨਾ। ਇਹ ਉਹੀ ਇਨਫੈਕਸ਼ਨ ਹੈ ਜਿਹੜੀ ਮੁੱਢ ਕਾਲੀਨ ਤੋਂ ਹੀ ਅਸੀਂ ਸੁਣਦੇ ਆਏ ਹਾਂ ਕਿ ਹਾਂਜੀ ਕਿਸੇ ਇੱਕ ਨੂੰ ਖਾਰਿਸ਼ ਹੋ ਗਈ ਸਾਰਿਆਂ ਨੂੰ ਹੋ ਜਾਂਦੀ, ਜ਼ੁਕਾਮ ਹੋ ਗਿਆ ਸਭ ਨੂੰ ਹੋ ਜਾਂਦਾ।
ਖਾਂਸੀ ਹੋ ਗਈ, ਪਰਿਵਾਰ ਦੇ ਵਿੱਚ ਇਨਫੈਕਸ਼ਨ ਹੈ, ਸਭ ਨੂੰ ਹੋ ਜਾਂਦਾ। ਇੱਕ ਪਿੰਡ 'ਚ ਹੈਜਾ ਫੈਲਦਾ ਸੀ, ਸਾਰੇ 'ਚ ਫੈਲ ਜਾਂਦਾ ਸੀਗਾ। ਉਹੀ ਹੈ, केयरफुल, जस्ट बी केयरफुल, हेल्दी खाओ, अच्छा खाओ, साफ सुथरे रहो, थोड़ा परहेज रखो, ते घरों दी मजबूरी दे नाल जो घरां च बंद गुरबाणी सब गुरबाणी पढ़ो, पढ़ाओ, ते कुछ गलत किया होवे, बोलिया होवे तो मेरे भी जो माफ़ करना। जे कुछ चंगा लग्या होवे तो आशीर्वाद देना कि असी सारे मिल के अपनी माँ बोली दी, अपने गुरुआं दी बाणी दी, सब दा असी वध तो वध प्रचार करिए, पढ़िए, पढ़ाइए, समझिए, समझाइए ते अपने पंजाब नूं बचाइए। एक बारी फिर प्रकाश उत्सव दिया समूह संगत नूं, मेरे वीरां भैणां बजुर्गां बच्चियां सब नूं बहुत बहुत वधाइयां। वाहिगुरू किरपा करे कि ये बाणी जिहड़ी है साडे मनां दे विच वसे, इनू असी मनां च वसाइए, मनाउण दे नालों वसाइए, क्योंकि त्योहार दिवस कोई भी चीज़ जिहड़ी है मनाउण नाल दिल च वसाना ही चंगा हुंदा। दिल च वसावांगे ते सारिआं नूं समझावांगे ते गुरुद्वारे जाके हाज़री लवा के अपने सिर्फ नासीमत करो। 2 मिनट का लाइव ते स्टेटस जिहड़े ने उहदे नाल साडी फॉर्मैलिटी हुंदी है, साडी रिस्पोंसिबिलिटी पूरी नहीं हुंदी, जिम्मेवारी पूरी नहीं हुंदी। एने दे नाल ही ज़्यादा बोलण लई, तुहाडा ज़्यादा टाइम लैण लई माफ़ी देना ते आशीर्वाद देना कि परमात्मा मेरे कोलों माँ बोली की सेवा करवाता रहे तो तुहाडा आशीर्वाद मैनूं मिलता रहे। सत श्री अकाल सारिआं नूं।